Okay, good morning student. Today is 12th November. So ਅਸੀਂ ਇੱਕ ਚੈਪਟਰ ਸਟਾਰਟ ਕੀਤਾ ਸੀ the cell and unit of life. So last day ਅਸੀਂ cell wall ਬਾਰੇ ਡਿਸਕਸ ਕੀਤਾ ਸੀ. Now we discuss about the plasma membrane. So plasma membrane ਦਾ ਅਸੀਂ ਅਲਟਰਾ ਸਟਰਕਚਰ ਹੀ ਡਿਸਕਸ ਕਰਨਾ ਹੈ ਜਿਹਦੇ ਚ ਅਸੀਂ ਫਲੂਇਡ ਮੋਜ਼ੈਕ ਮੋਡਲ ਡਿਸਕਸ ਕਰਨ ਜਾ ਰਹੇ ਹਾਂ. ਠੀਕ ਹੈ. So that is more acceptable. ਠੀਕ ਹੈ. Different scientists gave the different theories but the most used जो model सी that is given by Jonathan Singer and Garth Nicholson. So he proposed a fluid mosaic model. So fluid mosaic model fluid क्यों बोले जाता because इन्नी सारे fluid ਨੂੰ cover करके रखा है. mosaic इस करके because ये proteins ਜਿਹੜੇ बने ਹੋਏ ਆ ਉਹ ਇੱਕ ਹਿਸਾਬ ਦੇ ਇਹਦੇ ਚ embedded ਹੋਏ ਨੇ ਲੱਗੇ ਹੋਏ ਨੇ ਜਿਹਦੇ ਕਰਕੇ ਅਸੀਂ ਇਹਨੂੰ mosaic ਬੋਲਦੇ ਆ. ठीक है. सो अकॉर्डिंग टू इस मॉडल के अकॉर्डिंग क्या कंसैप्ट सी कि जड़ा प्लाज्मा मैम्ब्रेन आ ਉਹ ਕੁਝ ਚੀਜ਼ਾਂ ਦਾ ਬਣਿਆ ਹੋਇਆ ਹੈ ਜਿਹਦੇ ਵਿੱਚ ਵਿਸਕਸ ਫਲੂਇਡ ਆਂਦਾ ਹੈ, ਫੋਸਫੋਲਿਪਿਡਸ ਆਂਦੇ ਆ ਤੇ ਪ੍ਰੋਟੀਨਸ ਆਂਦੇ ਆ. ਸੋ ਫੋਸਫੋਲਿਪਿਡ ਦਾ ਸਟਰਕਚਰ ਕੀ ਹੈ? ਫੋਸਫੋਲਿਪਿਡ ਜਿਹੜੀ ਲੇਅਰ ਹੈ that is bilayer, one layer, second layer, and this shows the protein. So this shows a protein and this is the bilayer 1 and 2 layer. So ਫੋਸਫੋਲਿਪਿਡ ਮੋਲੀਕਿਊਲ ਦੇ 2 ਐਂਡਸ ਹੁੰਦੇ ਨੇ. ਠੀਕ ਹੈ. ਐਂਫੋਫੈਥਿਕ ਆ. ਐਂਫੋਫੈਥਿਕ ਮਤਲਬ 2 ਇਹਨਾਂ ਦੇ ਐਂਡਸ ਹੁੰਦੇ ਨੇ. one is a hydrophilic and other is a hydrophobic. So hydrophilic ਜਿਹੜਾ ਵਾ ਉਹ ਵਾਟਰ ਲਵਿੰਗ ਆ ਜੋ always ਬਾਹਰ ਵਾਲੀ ਸਾਈਡ ਰਹੇਗਾ. ਜਿੱਧਰ ਵਾਲੀ ਸਾਈਡ ਵਾਟਰ ਰਹੇਗਾ ਸੋ ਉਧਰ ਵਾਲੀ ਸਾਈਡ ਉਹਦਾ ਰਹੇਗਾ because this is a water loving. So this is a water hating hydrophobic end. So ਇਹ internal ਵਾਲੀ ਸਾਈਡ ਰਹੇਗਾ. Okay. So next is ਸੋ ਫੋਸਫੋਲਿਪਿਡ ਵਾਲੇ ਮੈਂ ਤੁਹਾਨੂੰ ਦੱਸ ਦਿੱਤਾ ਹੋਇਆ ਵਾ. ਦੈਨ ਇਹ ਫਲੂਇਡਿਟੀ ਦੀ ਪ੍ਰੋਪਰਟੀ ਸ਼ੋ ਕਰਦਾ. ਫਲੂਇਡਿਟੀ ਇਸ ਕਰਕੇ ਪ੍ਰੋਪਰਟੀ ਸ਼ੋ ਕਰਦਾ ਬਿਕੋਜ਼ ਇਹਦੇ ਇਨ ਬਿਟਵੀਨ ਫਲੂਇਡ ਫੀਲਡ ਹੈਗਾ ਹੈ ਜੋ ਪਲਾਜ਼ਮਾ ਮੈਂਬਰੇਨ ਨੂੰ ਇਲਾਸਟਿਸਿਟੀ ਪ੍ਰੋਵਾਈਡ ਕਰਦਾ ਹੈ. ਸੋ ਇਹਨੂੰ ਫਲੂਇਡਿਟੀ ਪ੍ਰੋਪਰਟੀ ਵੀ ਬੋਲਦੇ ਆ. ਸੋ ਦਿਸ ਇਜ਼ ਅ ਡਾਇਗ੍ਰਾਮ that is the ultra structure of the plasma membrane. Now second is after phospholipid the plasma membrane is formed of protein. So there are 2 types of protein: peripheral, extrinsic and integral and intrinsic. So peripheral protein ਜਿਹੜੇ ਹੈਗੇ ਆ ਇਹ ਪੈਰੀਫੀਰਾ ਮਤਲਬ ਆਊਟਰ ਸਾਈਡ. ਸੋ ਪੈਰੀਫੀਰਾ ਤੇ ਪ੍ਰੈਜ਼ੈਂਟ ਆ. ਠੀਕ ਆ. ਲਾਈਕ ਜਿਵੇਂ ਮੈਂ ਡਾਇਗ੍ਰਾਮ ਚ ਸ਼ੋ ਕੀਤਾ ਹੋਇਆ ਹੈ. ਠੀਕ ਹੈ. ਸੋ ਫੋਸਫੋਲਿਪਿਡ ਦੀ ਬਾਹਰ ਵਾਲੀ ਸਾਈਡ ਤੇ ਆ ਐਂਡ ਇਹਨੂੰ ਤੁਸੀਂ ਰਿਮੂਵ ਵੀ ਕਰ ਸਕਦੇ ਹੋ, ਐਕਸਟ੍ਰੈਕਟ ਵੀ ਕਰ ਸਕਦੇ ਹੋ ਜਾਂ ਫਿਰ ਇਹ ਵਾਲੇ ਜਿਹੜੇ ਹੈਗੇ ਆ ਪ੍ਰੋਟੀਨ ਇਹ ਰਿਸੈਪਟਰਸ ਦਾ ਕੰਮ ਕਰ ਸਕਦੇ ਆ ਕਿ ਕਿਸੇ ਚੀਜ਼ ਨੂੰ ਅਗਰ ਬਾਹਰੋਂ ਅਸੈਪਟ ਕਰਨਾ ਤੇ ਰਿਸੈਪਟਰ ਦਾ ਕੰਮ ਕਰਕੇ ਉਹਨਾਂ ਨੂੰ ਅੱਗੇ ਮੂਵ ਕਰਕੇ ਲੈ ਕੇ ਜਾ ਸਕਦੇ ਆ. ਸੈਕੰਡ ਇਜ਼ ਇੰਟੈਗਰਲ ਪ੍ਰੋਟੀਨ. ਇੰਟੈਗਰਲ ਪ੍ਰੋਟੀਨ ਇਜ਼ ਦੈਟ ਪ੍ਰੋਟੀਨ ਜਿਹਦੇ ਵਿੱਚ ਜਿਹਨੂੰ ਅਸੀਂ ਗਲਾਈਕੋਫੋਰੈਂਸ ਵੀ ਬੋਲਦੇ ਤੇ ਗਲਾਈਕੋਫੋਰੈਂਸ ਹੁੰਦੇ ਆ ਜੋ ਕਿ ਸਟਰੋਂਗ ਹਾਈਡਰੋਫਿਲਿਕ ਤੇ ਹਾਈਡਰੋਫੋਬਿਕ ਅਟਰੈਕਸ਼ਨਸ ਦੇ ਨਾਲ ਉਹਨਾਂ ਨੂੰ ਕੰਟਰੋਲ ਜਿਹੜੇ ਆ ਹਾਈਡਰੋਫਿਲਿਕ ਕੰਟਰੈਕਸ਼ਨ ਹੁੰਦੀ ਹੈ. ਸੋ ਉਹਨਾਂ ਦੇ ਵਿੱਚ ਐਮਬੈਡਡ ਹੁੰਦੇ ਆ ਜਿਹੜੇ ਵਾਲੇ ਪ੍ਰੋਟੀਨ ਆ ਇਹਨਾਂ ਦੇ ਵਿੱਚ ਬਾਈ ਲੇਅਰਸ ਦੇ ਵਿੱਚ ਐਮਬੈਡਡ ਆ. ਲਾਈਕ ਇਹਨਾਂ ਦਾ ਸਾਈਜ਼ ਕੋਈ ਮੈਟਰ ਨਹੀਂ ਹੈ. ਇਹ ਵੱਡਾ ਵੀ ਹੋ ਸਕਦਾ ਹੈ ਤੇ ਸਮੋਲ ਤੋਂ ਸਮੋਲ ਵੀ ਹੋ ਸਕਦਾ ਹੈ. ਲਾਈਕ ਅ ਟਰੰਕ ਲਾਈਕ. ਠੀਕ ਆ. ਕਿ ਇੱਕ ਟਨਲ ਬਣਦਾ ਪਿਆ. ਠੀਕ ਹੈ. ਸੋ ਮੰਨਿਆ ਜਾਂਦਾ ਹੈ ਕਿ ਜਿਹੜਾ ਟਨਲ ਲਾਈਕ ਪ੍ਰੋਟੀਨ ਹੈ ਇਹ ਸਬਸਟੈਂਸਿਸ ਜਿਹੜੇ ਆ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟ੍ਰਾਂਸਫਰ ਕਰਦਾ ਹੈ ਐਂਡ ਕੁਝ ਇਹਦੇ ਸਮੋਲ ਸਾਈਜ਼ਡ ਹੁੰਦੇ ਨੇ ਜੋ ਇਹਨਾਂ ਦੇ ਵਿੱਚ ਐਮਬੈਡਡ ਹੁੰਦੇ ਨੇ. ਇਟ ਮੀਨਸ ਕਿ ਅਗਰ ਇਹ ਹਿੱਲਣਗੇ ਤੇ ਇਹ ਮੂਵ ਹੋਣਗੇ. ਇਟ ਮੀਨਸ ਇਹ ਫਿਕਸਡ ਪੋਜੀਸ਼ਨ ਆ. ਜਦ ਕਿ ਪੈਰੀਫੇਰਲ ਵਾਲੇ ਫ੍ਰੀ ਵੀ ਹੁੰਦੇ ਆ. ਕੁਝ ਇੰਟੈਗਰਲ ਵੀ ਫ੍ਰੀ ਹੁੰਦੇ ਆ ਜੋ ਇਹਨਾਂ ਦੇ ਅੰਦਰ ਮੂਵ ਕਰਦੇ ਆ. ਠੀਕ ਆ. ਜੋ ਕੈਰੀਅਰ ਪ੍ਰੋਟੀਨ ਦਾ ਕੰਮ ਕਰਦੇ ਨੇ. ਠੀਕ ਹੈ. ਸੋ ਸਿਮਿਲਰਲੀ ਓਲੀਗੋਸੈਕਰਾਈਡ ਥਰਡ ਜਿਹਦੇ ਚ ਸਾਨੂੰ ਓਲੀਗੋਸੈਕਰਾਈਡ ਮਿਲਦਾ ਹੈ. ਠੀਕ ਆ. ਬ੍ਰਾਂਚ ਸਟਰਕਚਰ ਹੁੰਦਾ ਹੈ. ਐਕਸਪੋਜ਼ਡ ਸਰਫੇਸ ਵਾਲੀ ਸਾਈਡ ਹੁੰਦਾ ਹੈ. ਐਸੋਸੀਏਟ ਵਿਦ ਪ੍ਰੋਟੀਨ ਨਾਲ ਐਸੋਸੀਏਟ ਕਰਦਾ ਹੈ. ਅਗਰ ਉਹ ਪ੍ਰੋਟੀਨ ਨਾਲ ਐਸੋਸੀਏਟ ਕਰੇ ਤਾਂ ਉਹ ਗਲਾਈਕੋਪ੍ਰੋਟੀਨ ਬਣਾ ਦੇਗਾ. ਅਗਰ ਉਹ ਲਿਪਿਡ ਨਾਲ ਐਸੋਸੀਏਟ ਕਰੇ ਤਾਂ ਗਲਾਈਕੋਲਿਪਿਡਸ ਬਣਾ ਦੇਗਾ. ਠੀਕ ਹੈ. ਦੈਨ ਕੋਲੇਸਟਰੋਲ ਵੀ ਕੁਝ ਅਮਾਉਂਟ ਦੇ ਵਿੱਚ ਇਹਨਾਂ ਦੇ ਹੁੰਦਾ ਹੈ ਜੋ ਇਹਨਾਂ ਨੂੰ ਵਾਲ ਨੂੰ ਸਟਿਫ ਕਰਦਾ ਹੈ. ਠੀਕ ਹੈ. ਐਂਡ ਸਟੇਬਲਾਈਜ਼ ਕਰਦਾ ਹੈ ਮੈਂਬਰੇਨ ਨੂੰ. ਸੈਕੰਡ ਇਜ਼ ਪ੍ਰੋਟੀਨ ਮੋਲੀਕਿਊਲ ਦਾ ਰੋਲ ਕੀ ਆ? ਕੈਰੀਅਰ ਮੋਲੀਕਿਊਲ ਦਾ ਰੋਲ ਪਲੇ ਕਰਦੀ ਹੈ. ਕੈਰੀਅਰ ਮਤਲਬ ਅਗਰ ਕੋਈ ਚੀਜ਼ ਅੰਦਰ ਪਲਾਜ਼ਮਾ ਮੈਂਬਰੇਨ ਨੇ ਲੈ ਕੇ ਜਾਣੀ ਆ. ਸੋ ਕੁਝ ਪ੍ਰੋਟੀਨ ਇਹੋ ਜਿਹੇ ਆ ਜੋ ਕੈਰੀ ਕਰਦੇ ਆ. ਠੀਕ ਆ. ਜੋ ਅੰਦਰ ਖੁਦ ਨਹੀਂ ਜਾ ਸਕਦੇ ਉਹਨੂੰ ਕੈਰੀ ਕਰਦੇ ਐਂਡ ਜੋ ਵਾਲ ਦੇ ਇਨ ਐਂਡ ਆਊਟ ਮਟੀਰੀਅਲ ਨੂੰ ਕਰਦੇ ਆ.
ਜਦ ਕਿ ਰਿਸੈਪਟਰ ਜਿਹੜੇ ਮੋਲੀਕਿਊਲਸ ਹੁੰਦੇ ਆ, ਰਿਸੈਪਟਰ ਮੋਲੀਕਿਊਲ ਕੀ ਕਰਦੇ ਨੇ ਕਿ ਇਹ ਇੱਕ ਰਿਸੈਪਟਰ ਦਾ ਕੰਮ ਕਰਦੇ ਨੇ ਕਿ ਬਾਹਰੋਂ ਅਗਰ ਕੋਈ ਚੀਜ਼ ਆਈ ਆ ਤੇ ਇਹਨਾਂ ਦੇ ਪ੍ਰੋਟੀਨਸ ਦੇ ਉੱਪਰ ਬਾਹਰ ਕੁਝ ਹਾਰਮੋਨਸ ਲੱਗੇ ਹੋਏ ਆ ਜੋ ਆਇਡੈਂਟੀਫਾਈ ਰਿਕੋਗਨਾਈਜ਼ ਕਰ ਲੈਂਦੇ ਕਿ ਮੇਰੀ ਚੀਜ਼ ਹੈ ਕਿ ਨਹੀਂ ਹੈ, ਮੈਨੂੰ ਅੰਦਰ ਲੈ ਕੇ ਜਾਣਾ ਹੈ ਕਿ ਨਹੀਂ ਹੀ ਜਾਣਾ। ਸੋ that work as a receptor molecules। then ਆ ਗਿਆ enzyme molecules। एंजाइम मॉलिक्यूल्स ਦੇ ਵਿੱਚ ਕੀ ਆ ਗਿਆ ਕਿ ਕੁਝ ਪ੍ਰੋਟੀਨ ਐਂਜ਼ਾਈਮੈਟਿਕਲੀ ਵੀ ਐਕਸ਼ਨ ਕਰਦੇ ਆ ਰਿਐਕਸ਼ਨਸ ਕਰਨ ਦੇ ਲਈ। ਸੋ ਦੈਨ ਇਜ਼ ਮੋਡੀਫਿਕੇਸ਼ਨ ਆਫ ਸੈਲ ਮੈਂਬਰੇਨ। ਸੋ ਮੋਡੀਫਿਕੇਸ਼ਨ ਹੁੰਦੀਆਂ ਨੇ ਸੈਲ ਮੈਂਬਰੇਨ ਦੀਆਂ, ਲਾਈਕ ਫੋਲਡਿੰਗਸ, ਫੋਲਡਿੰਗ ਹੁੰਦੀਆਂ ਨੇ ਅਗਰ ਪਲਾਜ਼ਮਾ ਮੈਂਬਰੇਨ ਆ ਤੇ ਇੱਕ ਅੰਦਰ ਨੂੰ ਇਨਫੋਲਡ ਕਰ ਲੈਂਦੀ, ਇਸ ਮੈਂਬਰੇਨ ਨੂੰ ਇਨਫੋਲਡ ਕਰ ਲੈਂਦੀ ਜਿਹਦੇ ਨਾਲ ਪੋਰਸ ਬਣ ਜਾਂਦੇ ਨੇ, ਐਂਡੋਸਾਈਟੋਟਿਕ ਵੈਸਲਸ ਬਣ ਜਾਂਦੇ ਨੇ। ਐਂਡੋਸਾਈਟੋਟਿਕ ਵੈਸਲਸ ਬੇਟਾ ਅੰਦਰ ਵਾਲੀ ਸਾਈਡ ਵੈਸਲਸ ਹੁੰਦੇ ਨੇ ਜਿਹੜੇ ਕਿ ਇੱਥੋਂ ਰਿਮੂਵ ਹੋ ਜਾਂਦੇ ਨੇ ਐਂਡ ਵੈਸਲਸ ਅੰਦਰ ਵੈਸਲਸ ਦਾ ਕੰਮ ਕਰਦੇ ਨੇ ਸਟੋਰੇਜ ਵਗੈਰਾ ਦੇ ਲਈ। ਮੀਜ਼ੋਜ਼ੋਮਸ ਹੁੰਦੇ ਨੇ, ਮੀਜ਼ੋਜ਼ੋਮਸ ਠੀਕ ਆ ਜਿਹੜਾ ਕਲੋਰੋਫਿਲ ਪਿਗਮੈਂਟ ਜਿਹੜਾ ਹੈਗਾ ਵਾ ਉਹਨੂੰ ਸਟੋਰ ਕਰਕੇ ਰੱਖਦੇ ਨੇ। ਆਊਟਫੋਲਡਸ ਹੁੰਦੇ ਨੇ, ਆਊਟਫੋਲਡਸ ਮਤਲਬ ਅਗਰ ਇਹ ਬੈਕਟੀਰੀਆ ਹੈ ਤੇ ਆਊਟਫੋਲਡਸ ਕਰੇਗਾ, ਆਊਟਫੋਲਡਸ ਮਤਲਬ ਮਾਈਕਰੋਵਿਲਾਈ ਬਣਾ ਦੇਗਾ, ਠੀਕ ਆ, हेयर लाइक प्रोजेक्शंस बना देगा। सो ठीक है। देन इंटरडिजिटेशन, जिवें लाइक इंटरडिजिटेशन कि जिवें डिजिट्स विच क्या गया है कि साडे लाइक जो फिंगर्स वगैरह हैगे ने साडे डिजिट्स ने। सिमिलरली अगर प्लांट्स वगैरह दी कई उन्हां दे भी इसे सिमिलर या बैक्टीरिया कुछ हैगे आ तो उन्हां दे भी इसे तरीके नाल बाहर आ डिजिट्स निकलदियां ने जो मूवमेंट करन च हेल्प करदे ने। सो सिलरी एंड फ्लैजुलर शीट्स बनदियां ने। बैक्टीरिया उन्हां को फ्लैजुला हुंदा है जो मूवमेंट करन च उन्हां नूं हेल्प करदा है। सो ਉਸ ਬਣਾਉਣ ਚ ਹੈਲਪ ਕਰਦੇ। ਇੰਟਰਸੈਲੂਲਰ ਜੰਕਸ਼ਨ ਮਤਲਬ ਅਗਰ ਦੋ ਚੀਜ਼ਾਂ ਨੂੰ ਅਗਰ ਤੁਸੀਂ ਜੋੜਨਾ ਹੈ ਤਾਂ ਉਹਦੇ ਲਈ ਵੀ ਇਹ ਕੰਮ ਕਰਦਾ ਕਿ ਇੱਕ ਆਪਣੇ ਚੋਂ ਫੋਲਡਿੰਗਸ ਦੀ ਕੱਢਦੀਆਂ ਨੇ ਜੋ ਫਰਦਰ ਅਟੈਚ ਹੋਣ ਚ ਹੈਲਪ ਕਰਦੇ ਨੇ। ਸੋ ਡੈਸਮੋਜ਼ੋਮਸ, ਸੋ ਥੀਸ ਆਰ ਕਾਲਡ ਮੈਕੂਲੇ, ਐਥਰੈਂਟਿਡਸ, ਠੀਕ ਆ, ਐਡਰੀਐਂਟਸ ਵੀ ਬੋਲਦੇ ਆ। ਡੈਸਮੋਜ਼ੋਮਸ ਹੁੰਦੇ ਨੇ। ਇੰਟਰਸੈਲੂਲਰ ਬ੍ਰਿਜਸ ਬਣਦੀਆਂ ਨੇ, ਠੀਕ ਆ, ਦੋ ਸੈਲਸ ਦੇ ਵਿੱਚ ਅੰਦਰ ਇੱਕ ਬ੍ਰਿਜ ਬਣਦੀ ਹੈ ਜੋ ट्रांसपोर्ट करन च हेल्प करती है। टाइट जंक्शंस बनते ने। जंक्शंस मतलब की हुंदा है कि जिवें दो सैल्स नूं आपस च जोड़ना, ठीक आ। टर्मिनल्स बास बनदियां ने। गैप जंक्शंस बनते ने। प्लाज्मोडेस्मेटा लाइक जिवें आ प्लाज्मोडेस्मेटा दिखाया गया कि आवरी सेंटर च एक वॉल बनी आ। प्लाज्मोडेस्मोसोम्स दो सैल्स ने एंड उन्हां दे विच डिवीजन होई आ। सो फंक्शन की सैल मैंबरेन दे इनविडिलिटी मेनटेन करके रखदी आ, ठीक आ। कीप द सैमी फ्लूइड जोड़ा ਇਹਦੇ ਅੰਦਰ ਫਲੂਇਡ ਆ ਉਹਨੂੰ ਸਟੋਰ ਕਰਕੇ ਰੱਖਦੀ ਆ। ਪ੍ਰੋਟੈਕਟ ਕਰਦੀ ਹੈ ਕਿਸੇ ਵੀ ਇੰਜਰੀ ਤੋਂ। ਰੈਗੂਲੇਟ ਕਰਕੇ ਰੱਖਦੀ ਆ ਫਲੋ ਆਫ ਮਟੀਰੀਅਲ ਨੂੰ, ਠੀਕ ਆ। ਸੈਲ ਰਿਮੇਨ ਅਲਾਈਵ ਐਸ ਲੌਂਗ ਐਸ ਦ ਸੈਲ ਮੈਂਬਰੇਨ, ਜਦ ਤੱਕ ਸੈਲ ਮੈਂਬਰੇਨ ਆ ਤਦ ਤੱਕ ਸੈਲ ਅਲਾਈਵ ਰਹੇਗਾ ਬਿਕੋਜ਼ ਸੈਲ ਮੈਂਬਰੇਨ ਦੇ ਅੰਦਰ ਹੀ ਸਾਰਾ ਉਹਦਾ ਆਰਗੇਨਾਈਜ਼ ਵਗੈਰਾ ਵਾਲਾ ਮਟੀਰੀਅਲ ਪਿਆ। ਸੋ ਦੇयर इज अ नंबर ऑफ द फंक्शंस, ठीक है। सो यू शुड रीड आउट। नाउ नेक्स्ट ऑर्गेनेल इज साइटोप्लाज्म। सो साइटोप्लाज्म ਦੇ ਵਿੱਚ क्या है, ठीक है। प्लाज्मा मैंबरेन सब तो पहला ਅਸੀਂ ਸੈਲ ਵਾਲ ਪੜੀ। ਪਲਾਂਟ ਸੈਲ ਚ, ਐਨੀਮਲ ਸੈਲ ਚ ਸੈਲ ਵਾਲ ਨਹੀਂ ਹੁੰਦੀ। ਪਲਾਜ਼ਮਾ ਮੈਂਬਰੇਨ ਜਿਹੜੀ ਹੈਗੀ ਉਹ ਦੋਨਾਂ ਚ ਹੁੰਦੀ ਆ। ਐਂਡ ਸਾਈਟੋਪਲਾਜ਼ਮ ਥਰਡ ਇਜ਼ ਸਾਈਟੋਪਲਾਜ਼ਮ। ਸੋ ਆ ਸਬਸਟੈਂਸ ਆਫ ਸੈਲ ਬਿਟਵੀਨ ਦਾ ਨਿਊਕਲੀਅਸ ਐਂਡ ਪਲਾਜ਼ਮਾ ਮੈਂਬਰੇਨ। ਇੱਕ ਸੈਲ ਹੈ, ਇੱਥੇ ਨਿਊਕਲੀਅਸ ਆ, ਇੱਥੇ ਪਲਾਜ਼ਮਾ ਮੈਂਬਰੇਨ ਆ, ਇਹਦੇ ਬਿਟਵੀਨ ਜਿੰਨੀ ਵੀ ਸਪੇਸ ਆ ਦੈਟ ਇਜ਼ ਆ ਉਹ ਕਿਹਦੇ ਨਾਲ ਫਿਲਡ ਹੈਗੀ ਆ, ਸਾਈਟੋਪਲਾਜ਼ਮ ਨਾਲ ਫਿਲਡ ਹੈਗੀ ਆ। ਸੋ ਕੰਟੇਨਿੰਗ ਵੇਰੀਅਸ ਆਰਗੇਨੈਲਿਜ਼, ਇਹਦੇ ਵਿੱਚ ਹੀ ਕਿੰਨੀਆਂ ਆਰਗੇਨੈਲਿਜ਼ ਪਈਆਂ ਹੁੰਦੀਆਂ ਨੇ, ਠੀਕ ਹੈ। ਸੋ ਕੰਪੋਜੀਸ਼ਨ ਕਾਦਾ ਬਣਿਆ ਹੋਇਆ, ਅਸੀਂ ਜਸਟ ਇਹਨਾਂ ਦਾ ਕੰਪੋਜੀਸ਼ਨ ਅਲਟਰਾ ਸਟਰਕਚਰ ਹੀ ਡਿਸਕਸ ਕਰਨਾ ਐਂਡ ਫੰਕਸ਼ਨ ਡਿਸਕਸ ਕਰਨੇ ਆ। ਸੋ ਸਾਈਟੋਪਲਾਜ਼ਮ ਇਜ਼ ਸੈਮੀ ਫਲੂਇਡ ਜੈਲੀ ਲਾਈਕ ਮਟੀਰੀਅਲ ਹੁੰਦਾ ਹੈ। It consists of aqueous transparent structureless ground substance called cytoplasmic matrix। ਅਸਲ ਚ ਕਹਿੰਦੇ ਇਹਦੇ ਚ aqueous ਜਿਹੜਾ ਟ੍ਰਾਂਸਪੇਰੈਂਟ ਜਿਹੜਾ ਸਾਨੂੰ ਲਿਖਦਾ, ਆਪਾਂ ਜਦੋਂ ਕੋਈ ਕਲਰਿੰਗ ਕਰਦੇ ਆ ਤਾਂ ਆਪਾਂ ਕਦੇ ਵੀ ਸਾਈਟੋਪਲਾਜ਼ਮ ਨੂੰ ਕਲਰਿੰਗ ਨਹੀਂ ਕਰਦੇ ਬਿਕੋਜ਼ ਇਹ ਅਸਿਊਮ ਕੀਤਾ ਜਾਂਦਾ ਹੈ ਕਿ ਲਾਈਕ ਸਾਈਟੋਪਲਾਜ਼ਮ ਇੱਕ ਜੈਲੀ ਲਾਈਕ ਆ ਕਿ ਜੈਲੀ ਪਈ ਹੋਈ ਆ ਟ੍ਰਾਂਸਪੇਰੈਂਟ ਜੀ ਤੇ ਉਹਦੇ ਵਿੱਚ ਆਰਗੇਨੈਲਿਜ਼ ਐਮਬੈਂਡਡ ਹੋਏ ਪਏ ਨੇ, ਠੀਕ ਆ, ਫਿੱਟ ਹੋਏ ਪਏ ਨੇ। ਸੋ ਅਸੀਂ ਇਹਨੂੰ ਸਾਈਟੋਪਲਾਜ਼ਮਿਕ ਮੈਟ੍ਰਿਕਸ ਵੀ ਬੋਲਦੇ ਆ, ਮੈਟ੍ਰਿਕਸ ਐਕਸ ਕਰਕੇ ਕਿ ਜੈਲੀ ਲਾਈਕ ਅਪੀਅਰੈਂਸ ਦਿੰਦਾ ਹੈ। ਸਾਈਟੋਮੈਟ੍ਰਿਕਸ ਵੀ ਬੋਲਦੇ ਆ, ਠੀਕ ਹੈ। ਐਂਡ ਸ਼ਾਰਟ ਔਨ ਸਾਈਟੋਸੋਲ ਵੀ ਬੋਲਦੇ ਆ, ਠੀਕ ਆ, ਬਿਕੋਜ਼ ਇਹ ਸਾਨੂੰ ਹਰ ਸਟੇਟ 'ਚ ਮਿਲਦਾ ਹੈ। ਸਾਈਟੋਪਲਾਜ਼ਮ ਸਾਨੂੰ ਸੋਲੂਸ਼ਨ ਸਟੇਟ 'ਚ ਵੀ ਮਿਲਦਾ ਹੈ, ਸੋਲਿਡ ਸਟੇਟ 'ਚ ਵੀ ਮਿਲਦਾ ਹੈ ਤੇ ਜੈਲ ਸਟੇਟ 'ਚ ਵੀ ਮਿਲਦਾ ਹੈ, ਠੀਕ ਹੈ। ਸੋ ਇਟ ਆਲਸੋ ਕੰਟੇਨਸ ਆਇਨਸ, ਬਾਇਓਮੋਲੀਕਿਊਲਸ ਹੁੰਦੇ ਨੇ ਲਾਈਕ ਮਿਨਰਲਸ, ਸ਼ੂਗਰ, ਅਮੀਨੋ ਐਸਿਡ, ਨਿਊਕਲੀਓਟਾਈਡ, TRA, ਐਂਜ਼ਾਈਮਸ। ऑब्वियस आ
ਕਿ ਇੱਕ ਸਾਈਟੋਪਲਾਜ਼ਮ ਆ ਜੋ ਸਾਰੇ ਆਰਗੈਨਿਲਸ ਨੂੰ ਕੈਰੀ ਕਰਕੇ ਰੱਖ ਰਿਹਾ ਹੈ, ਤਾਂ ਅਗਰ ਆਰਗੈਨਿਲਸ ਨੂੰ એનર્ਜੀ ਚਾਹੀਦੀ ਹੈ ਤਾਂ ਸਾਈਟੋਪਲਾਜ਼ਮ ਤੋਂ ਹੀ ਲੈਣਗੀਆਂ, ਠੀਕ ਆ। ਸੋ ਇਸ ਕਰਕੇ ਸਾਈਟੋਪਲਾਜ਼ਮ ਕੋ ਡਿਫਰੈਂਟ ਟਾइप्स ऑफ आयंस बायोमोलिक्यूल्स ने, मिनरल्स, शुगर्स, अमीनो एसिड, न्यूक्लियोटाइड्स, टीआरएनए की आ, आरएनए की आ प्रोटीन ਜਿਹੜੇ ਸਿੰਥेसिस ਕਰਦੇ ਆ, ਤੇ टीआरएनए की ਆ जो ट्रांसफर ਕਰਨ ਚ ਹੈਲਪ ਕਰਦੇ ਆ, ਠੀਕ ਆ। एंजाइम, विटामिन्स नेसेसरी फॉर फोटोसिंथेसिस प्रोसेसेस, ਕਿਹਦੇ ਚ ਹੈਲਪ ਕਰਦੇ ਨੇ ਇਹ ਸਾਰੇ? फोटोसिंथेटिक प्रोसेस, कुछ सिंथेसाइज करना। The cytosol also contains storage product such as ਗਲਾਈਕੋਜਨ, ਸਟਾਰਚ, ਫੈਟ, ਪ੍ਰੋਟੀਨ, ਹੋਰ ਇਹਨਾਂ ਚ ਕਹਿੰਦੇ ਸਟੋਰੇਜ ਪ੍ਰੋਡਕਟਸ ਵੀ ਹੁੰਦੇ ਨੇ, ਠੀਕ ਆ। ਸਟਾਰਚ, ਫੈਟਸ, ਪ੍ਰੋਟੀਨ, ਠੀਕ ਆ। ਦ ਸਾਈਟੋਸੋਲ ਕੰਟੇਨਸ ਵੇਸਟ ਮਟੀਰੀਅਲ ਵੀ ਹੁੰਦਾ ਹੈ। ਸੋ ਇਟ ਇਜ਼ ਸ਼ੀਟ ਆਫ ਮੈਨੀ ਮੈਟਾਬੋਲਿਕ ਪਾਥਵੇ, ਕਹਿ ਸਕਦੇ ਹੋ ਕਿ ਇੱਕ ਸ਼ੀਟ ਆ ਜਿਸ ਚ ਬਹੁਤ ਸਾਰੇ ਮੈਟਾਬੋਲਿਕ ਪਾਥਵੇ ਹੁੰਦੇ, ਬਿਕੋਜ਼ ਨੰਬਰ ਆਫ ਆਰਗੈਨਿਲਸ ਸਾਰੇ ਆਪਣਾ ਆਪਣਾ ਫੰਕਸ਼ਨ ਕਰ ਰਿਹਾ ਹੈ, ਤਾਂ ਉਹ ਸਾਰਾ ਫੰਕਸ਼ਨ ਇੱਕ ਮੰਨ ਲਓ ਕਿ ਇੱਕ ਸਾਈਟੋਪਲਾਜ਼ਮ ਚ ਹੀ ਪਿਆ ਹੈ, ਜਿਹਨੂੰ ਕਿੰਨੇ ਕਵਰ ਕੀਤਾ ਹੋਇਆ? ਪਲਾਜ਼ਮਾ ਮੈਂਬਰੇਨ ਨੇ। ਸੋ ਕਿਹੜੇ ਕਿਹੜੇ ਫੰਕਸ਼ਨ ਹੁੰਦੇ? ਲਾਈਕ ਗਲਾਈਕੋਲਾਈਸਿਸ, ग्लूकोज वगैरह, सिंथेसिस ऑफ फैटी एसिड होने, न्यूक्लियोटाइड्स बनने, सम अमीनो एसिड बनने। सो ये क्लीयर है कि सॉलिड स्टेट च भी हुंदा है ते जेल स्टेट च भी हुंदा है। फंक्शन की है? मेटाबॉलिक रिएक्शन करन च हेल्प करता है, लाइक बायोसिंथेसिस होनी, फैटी एसिड बनाने, सैकराइड, न्यूक्लियोटाइड, प्रोटीन, जो असी पढ़िया उही इहदे फंक्शंस ने। स्टोरेज करन च हेल्प करता है, स्टोर हाउस का काम करता है, कोई भी रॉ मटीरियल है स्टोर। हुण न्यूक्लियस आ, न्यूक्लियस डिवाइड करता पे किथे कर रहा है? साइटोप्लाज्म च डिवाइड कर रहा है। डिस्ट्रीब्यूशन, द साइटोप्लाज्म ऑल्सो डिस्ट्रीब्यूट न्यूट्रिएंट्स, मेटाबोलाइट, ये एक जगह तो दूसरी जगह न्यूट्रिएंट्स वगैरह अगर किसी ऑर्गेनिज्म चाहिए तो वो भी डिलीवर करता है। एक्सचेंज विद एनवायरनमेंट, साइटोप्लाज्म स्टे विद एनवायरनमेंट और एक्स्ट्रा सेलुलर फ्लूइड, मे भी कुछ अगर वो बाहरों एक्सेप्ट करना चाहता है फ्लूइड तो एक्सचेंज भी कर सकता है, बाहरों अंदरों बाहर कढ़ना, बाहरों अंदरों, ठीक है। सो इंटरऑर्गेनरी एक्सचेंज, साइटोप्लाज्म ब्रिंग्स अबाउट एक्सचेंज ऑफ मटीरियल बिटवीन सेल ऑर्गेनिल्स। अगर सेल ऑर्गेनिल्स ਨੂੰ ਕੁਝ ਚਾਹੀਦਾ ਹੈ, ਉਹ ਆਪਣੇ ਅੰਦਰੋਂ ਬਾਹਰ ਕੁਝ ਕੱਢਣਾ ਚਾਹੁੰਦੇ ਹੋ, ਉਹ ਸਾਈਟੋਪਲਾਜ਼ਮ ਚ ਭੇਜ ਦੇਣਗੇ ਐਂਡ ਸਾਈਟੋਪਲਾਜ਼ਮ ਬਾਹਰ, ਠੀਕ ਹੈ। ਸੋ ਦਿਸ ਇਜ਼ ਅਬਾਊਟ ਦਾ ਸਾਈਟੋਪਲਾਜ਼ਮ। ਸੋ ਸਾਈਟੋਪਲਾਜ਼ਮ ਦੇ ਹੁਣ ਜਿੰਨੇ ਵੀ ਅਸੀਂ ਆਰਗੇਨਿਲਸ ਪੜਾਂਗੇ, ਈਆਰ, ਰਾਈਬੋਸੋਮਸ, ਵਟਐਵਰ ਜੋ ਵੀ ਪੜਾਂਗੇ, ਠੀਕ ਹੈ, ਉਹਨਾਂ ਦਾ ਅਸੀਂ ਜਸਟ ਕੀ ਕਰਨਾ ਹੈ? ਅਲਟਰਾ ਸਟਰਕਚਰ ਪੜਨਾ ਹੈ ਤੇ ਫੰਕਸ਼ਨਸ ਪੜਨਾ ਹੈ, ਓਕੇ।